ਸਤਿ ਸ਼੍ਰੀ ਅਕਾਲ। ਮੈਂ ਸੁਸ਼ੀਲ ਤੁਹਾਡਾ ਚੌਧਰੀ ਅਕੈਡਮੀ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੰਡੀਅਨ ਪੋਲਿਟੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਹਨ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅੱਜ ਦਾ ਪਹਿਲਾ ਕੁਐਸਚਨ ਹੈ, ਭਾਰਤੀ ਸੰਘ ਦੇ ਰਾਸ਼ਟਰਪਤੀ ਕੋਲ ਉਹੀ ਸੰਵਿਧਾਨਿਕ ਅਧਿਕਾਰ ਹੈ ਜੋ ਕਿ ਫਰਾਂਸ ਦੇ ਇੱਕ ਰਾਸ਼ਟਰਪਤੀ, ਪਾਕਿਸਤਾਨ ਦੇ ਰਾਸ਼ਟਰਪਤੀ, ਅਮਰੀਕਾ ਦੇ ਰਾਸ਼ਟਰਪਤੀ, ਬ੍ਰਿਟਿਸ਼ ਮੋਨਾਰਕ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਬ੍ਰਿਟਿਸ਼ ਮੋਨਾਰਕ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਨੂੰ ਹਟਾਇਆ ਜਾ ਸਕਦਾ ਹੈ। ਰਾਸ਼ਟਰਪਤੀ, ਪ੍ਰਧਾਨ ਮੰਤਰੀ, UPSC ਦੇ ਚੇਅਰਮੈਨ, ਸੁਪਰੀਮ ਕੋਰਟ ਦੇ ਚੀਫ ਜਸਟਿਸ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਰਾਸ਼ਟਰਪਤੀ। ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ ਕੌਣ ਸੀ? ਦੇਵੀ ਲਾਲ, GB ਪੰਥ, ਮੋਰਾਰਜੀ ਦੇਸਾਈ, ਵੱਲਭ ਭਾਈ ਪਟੇਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਵੱਲਭ ਭਾਈ ਪਟੇਲ। ਭਾਰਤੀ ਗਣਰਾਜ ਦਾ ਰਾਸ਼ਟਰਪਤੀ ਕੌਣ ਸੀ ਜਿਸ ਨੇ ਲਗਾਤਾਰ ਭਾਰਤੀ ਧਰਮ ਨਿਰਪੱਖਤਾ ਨੂੰ ਸਰਬ ਧਰਮ ਸਮਭਾਵ ਕਿਹਾ ਸੀ? ਡਾਕਟਰ ਜ਼ਾਕਿਰ ਹੁਸੈਨ, ਡਾਕਟਰ S ਰਾਧਾ ਕ੍ਰਿਸ਼ਨ, ਗਿਆਨੀ ਜੈਲ ਸਿੰਘ, ਡਾਕਟਰ ਰਜਿੰਦਰ ਪ੍ਰਸਾਦ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਡਾਕਟਰ S ਰਾਧਾ ਕ੍ਰਿਸ਼ਨ। ਭਾਰਤ ਸਰਕਾਰ ਦਾ ਮੁੱਖ ਕਾਨੂੰਨ ਅਧਿਕਾਰੀ ਕੌਣ ਹੈ? ਭਾਰਤ ਦੇ ਚੀਫ ਜਸਟਿਸ, ਭਾਰਤ ਦੇ ਕਾਨੂੰਨ ਮੰਤਰੀ, ਭਾਰਤ ਦੇ ਅਟਾਰਨੀ ਜਨਰਲ, ਸੁਪਰੀਮ ਕੋਰਟ ਦੇ ਰਜਿਸਟਰਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਭਾਰਤ ਦੇ ਅਟਾਰਨੀ ਜਨਰਲ। ਕਿਹੜੀ ਕੇਂਦਰੀ ਸੇਵਾ ਨਹੀਂ ਹੈ? ਭਾਰਤੀ ਮਾਲੀਆ ਸੇਵਾ, ਭਾਰਤੀ ਆਡਿਟਿੰਗ ਅਤੇ ਲੇਖਾ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਭਾਰਤੀ ਪੁਲਿਸ ਸੇਵਾ। ਕੇਂਦਰ ਸਰਕਾਰ ਦਾ ਸਰਵਉੱਚ ਸਿਵਲ ਸੇਵਕ ਕੌਣ ਹੈ? ਗ੍ਰਹਿ ਸਕੱਤਰ, ਕੈਬਨਿਟ ਸਕੱਤਰ, ਅਟਾਰਨੀ ਜਨਰਲ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਅਟਾਰਨੀ ਜਨਰਲ। ਪਾਰਲੀਮੈਂਟ ਵਿੱਚ ਆਪਣੀ ਰਾਏ ਦੇਣ ਲਈ ਕਿਹੜੇ ਕਾਰਜਕਰਤਾ ਨੂੰ ਬੁਲਾਇਆ ਜਾ ਸਕਦਾ ਹੈ? ਭਾਰਤ ਦੇ ਚੀਫ ਜਸਟਿਸ, ਭਾਰਤ ਦੇ ਅਟਾਰਨੀ ਜਨਰਲ, ਭਾਰਤ ਦੇ ਮੁੱਖ ਚੋਣ ਕਮਿਸ਼ਨਰ, ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਭਾਰਤ ਦੇ ਅਟਾਰਨੀ ਜਨਰਲ। ਭਾਰਤ ਦਾ ਯੋਜਨਾ ਕਮਿਸ਼ਨ ਹੈ ਵਿਧਾਨਿਕ ਸੰਸਥਾ, ਇੱਕ ਸੰਵਿਧਾਨਿਕ ਸੰਸਥਾ ਹੈ, ਇੱਕ ਸੁਤੰਤਰ ਅਤੇ ਖੁਦ ਮੁਖਤਿਆਰ ਸੰਸਥਾ, ਇੱਕ ਗੈਰ ਵਿਧਾਨਿਕ ਸੰਸਥਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਇੱਕ ਗੈਰ ਵਿਧਾਨਿਕ ਸੰਸਥਾ। ਗੈਰ ਮੈਂਬਰ ਹੋਣ ਦੇ ਨਾਤੇ ਹੇਠ ਲਿਖੀਆਂ ਵਿੱਚੋਂ ਕੌਣ ਵੋਟ ਦੇ ਅਧਿਕਾਰ ਤੋਂ ਬਿਨਾਂ ਸੰਸਦ ਦੇ ਕਿਸੇ ਵੀ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈ ਸਕਦਾ ਹੈ? ਭਾਰਤ ਦੇ ਰਾਸ਼ਟਰਪਤੀ, ਭਾਰਤ ਦੇ ਚੀਫ ਜਸਟਿਸ, ਅਟਾਰਨੀ ਜਨਰਲ, ਕੰਟਰੋਲਰ ਅਤੇ ਆਡੀਟਰ ਜਨਰਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਅਟਾਰਨੀ ਜਨਰਲ। ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ
ਚੁਣਿਆ ਗਿਆ ਸੀ। ਸੰਸਦ ਭਾਰਤ ਦੇ ਲੋਕ, ਇਲੈਕਟੋਰਲ ਕਾਲਜ, ਸੰਵਿਧਾਨ ਸਭਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸੰਵਿਧਾਨ ਸਭਾ। ਅਨੁਮਾਨ ਕਮੇਟੀ ਦੇ ਮੈਂਬਰ ਹਨ ਸਿਰਫ ਲੋਕ ਸਭਾ ਤੋਂ ਚੁਣਿਆ ਗਿਆ, ਰਾਜ ਸਭਾ ਤੋਂ ਹੀ ਚੁਣੇ, ਲੋਕ ਸਭਾ ਦੇ ਸਪੀਕਰ ਦੁਆਰਾ ਨਾਮਜ਼ਦ, ਦੋਵੇਂ ਲੋਕ ਸਭਾ ਰਾਜ ਸਭਾ ਤੋਂ ਚੁਣੇ ਗਏ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਸਿਰਫ ਲੋਕ ਸਭਾ ਤੋਂ ਚੁਣਿਆ ਗਿਆ। ਰਾਜਪਾਲ ਦਾ ਮੁੱਖ ਸਲਾਹਕਾਰ ਕੌਣ ਹੈ? ਰਾਸ਼ਟਰਪਤੀ, ਮੁੱਖ ਮੰਤਰੀ, ਲੋਕ ਸਭਾ ਦੇ ਸਪੀਕਰ, ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਮੁੱਖ ਮੰਤਰੀ। UPSC ਦੇ ਮੈਂਬਰ ਦੇ ਅਹੁਦੇ ਦੀ ਮਿਆਦ ਹੁੰਦੀ ਹੈ 4 ਸਾਲ ਜਾਂ ਜਦੋਂ ਤੱਕ ਉਹ 58 ਸਾਲ ਦੀ ਉਮਰ ਦੇ ਨਹੀਂ ਹੁੰਦੇ, 5 ਸਾਲ ਜਾਂ ਜਦੋਂ ਤੱਕ ਉਹ 60 ਸਾਲ ਦੀ ਉਮਰ ਦੇ ਨਹੀਂ ਹੋ ਜਾਂਦੇ, 6 ਸਾਲ ਜਾਂ ਜਦੋਂ ਤੱਕ ਉਹ 65 ਸਾਲ ਦੀ ਉਮਰ ਦੇ ਨਹੀਂ ਹੋ ਜਾਂਦੇ, 6 ਸਾਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 6 ਸਾਲ ਜਾਂ ਜਦੋਂ ਤੱਕ ਉਹ 65 ਸਾਲ ਦੀ ਉਮਰ ਦੇ ਨਹੀਂ ਹੋ ਜਾਂਦੇ। ਉਹ ਅਥਾਰਟੀ ਜੋ ਸੰਵਿਧਾਨਿਕ ਉਪਬੰਧਾਂ ਦੁਆਰਾ ਸਥਾਪਿਤ ਨਹੀਂ ਕੀਤੀ ਗਈ ਹੈ। UPSC, ਯੋਜਨਾ ਕਮਿਸ਼ਨ, ਚੋਣ ਕਮਿਸ਼ਨ, ਵਿੱਤ ਕਮਿਸ਼ਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਯੋਜਨਾ ਕਮਿਸ਼ਨ। ਭਾਰਤ ਦੇ ਹੇਠਲੇ ਰਾਸ਼ਟਰਪਤੀ ਵਿੱਚੋਂ ਕਿਸ ਨੇ 2 ਵਾਰ ਸੇਵਾ ਕੀਤੀ? BB ਗਿਰੀ, ਜ਼ਾਕਿਰ ਹੁਸੈਨ, ਰਜਿੰਦਰ ਪ੍ਰਸਾਦ, S ਰਾਧਾ ਕ੍ਰਿਸ਼ਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਰਜਿੰਦਰ ਪ੍ਰਸਾਦ। ਕਿਸ ਬਿੱਲ ਦੁਆਰਾ ਸਰਕਾਰ 1 ਸਾਲ ਲਈ ਮਾਲੀਆ ਇਕੱਠਾ ਕਰਨ ਦਾ ਪ੍ਰਸਤਾਵ ਕਰਦੀ ਹੈ? ਵਿੱਤ ਬਿੱਲ, ਆਰਥਿਕ ਬਿੱਲ, ਸਪਲੀਮੈਂਟਰੀ ਬਿੱਲ, ਉਪਰੋਕਤ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਵਿੱਤ ਬਿੱਲ। ਭਾਰਤ ਦੇ ਰਾਸ਼ਟਰਪਤੀ ਕੋਲ ਐਮਰਜੈਂਸੀ ਸ਼ਕਤੀਆਂ ਹਨ 2 ਕਿਸਮਾਂ, 3 ਕਿਸਮਾਂ, 4 ਕਿਸਮਾਂ, 5 ਕਿਸਮਾਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 3 ਕਿਸਮਾਂ। ਭਾਰਤ ਦੇ ਉਪ ਰਾਸ਼ਟਰਪਤੀ ਦੁਆਰਾ ਚੁਣਿਆ ਜਾਂਦਾ ਹੈ ਰਾਜ ਸਭਾ ਦੇ ਮੈਂਬਰ, ਸੰਸਦ ਦੇ ਮੈਂਬਰ, ਲੋਕ ਸਭਾ ਅਤੇ ਰਾਜ ਸਭਾ ਦੇ ਚੁਣੇ ਅਤੇ ਨਾਮਜ਼ਦ ਮੈਂਬਰ, ਸੰਸਦ ਅਤੇ ਰਾਜ ਵਿਧਾਨ ਸਭਾ ਦੇ ਮੈਂਬਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਲੋਕ ਸਭਾ ਅਤੇ ਰਾਜ ਸਭਾ ਦੇ ਚੁਣੇ ਅਤੇ ਨਾਮਜ਼ਦ ਮੈਂਬਰ। ਰਾਜ ਪੁਨਰਗਠਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਭਾਰਤੀ ਰਾਜਾਂ ਦਾ ਵਿਆਪਕ ਪੁਨਰਗਠਨ ਕਦੋਂ ਹੋਇਆ ਸੀ? 1953, 1954, 1955, 1956। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 1956। ਭਾਰਤ ਸਰਕਾਰ ਦਾ ਸੰਵਿਧਾਨਿਕ ਮੁਖੀ ਕੌਣ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਟਾਰਨੀ ਜਨਰਲ, ਭਾਰਤ ਦੇ ਮੁੱਖ ਜੱਜ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਰਾਸ਼ਟਰਪਤੀ। ਭਾਰਤ ਵਿੱਚ ਇੱਕ ਬਿੱਲ ਨੂੰ ਮਨੀ ਬਿੱਲ ਹੋਣ ਲਈ ਕੌਣ ਪ੍ਰਮਾਣਿਤ ਕਰਦਾ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵਿੱਤ ਮੰਤਰੀ, ਲੋਕ ਸਭਾ ਦੇ ਸਪੀਕਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਲੋਕ ਸਭਾ ਦੇ ਸਪੀਕਰ। ਜੇਕਰ ਰਾਸ਼ਟਰਪਤੀ ਅਸਤੀਫਾ ਦੇਣਾ ਚਾਹੁੰਦਾ ਹੈ ਤਾਂ ਉਹ ਆਪਣਾ ਅਸਤੀਫਾ ਪੱਤਰ ਕਿਸ ਨੂੰ ਭੇਜਦਾ ਹੈ? ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ,
ਓਕੇ ਸਭਾ ਦੇ ਸਕੱਤਰ, ਭਾਰਤ ਦੇ ਮੁੱਖ ਜੱਜ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਉਪ ਰਾਸ਼ਟਰਪਤੀ। ਸੰਮੇਲਨ ਜਿਸ ਵਿੱਚ ਇੱਕ ਵਾਰ ਸਪੀਕਰ ਹਮੇਸ਼ਾ ਸਪੀਕਰ ਹੁੰਦਾ ਹੈ ਦੀ ਪਾਲਣਾ ਕੀਤੀ ਜਾਂਦੀ ਹੈ। ਯੂਕੇ, ਅਮਰੀਕਾ, ਫਰਾਂਸ, ਇੰਡੀਆ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਯੂਕੇ। ਦੇ ਸਵਾਲ ਦੀ ਸਮੀਖਿਆ ਕਰਨ ਲਈ ਸਰਕਾਰੀਆ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ। ਕਬਾਇਲੀ ਖੇਤਰ, ਵਿਧਾਨਿਕ ਸਮੀਖਿਆ, ਕੇਂਦਰ ਰਾਜ ਸੰਬੰਧ, ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਮੀਖਿਆਵਾਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਕੇਂਦਰ ਰਾਜ ਸੰਬੰਧ। ਅੰਗਰੇਜ਼ੀ ਤਾਜ ਦੀ ਇੱਕ ਉਦਾਹਰਨ ਹੈ ਨਾਮਜ਼ਦ ਕਾਰਜਕਾਰੀ, ਨਾਮਾਂਤਰ ਕਾਰਜਕਾਰੀ, ਅਰਧ ਅਸਲ ਕਾਰਜਕਾਰੀ, ਰੀਅਲ ਕਾਰਜਕਾਰੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਨਾਮਾਤਰ ਕਾਰਜਕਾਰੀ। ਨੂੰ UPSC ਦੀ ਸਾਲਾਨਾ ਰਿਪੋਰਟ ਸੌਂਪੀ ਜਾਂਦੀ ਹੈ। ਰਾਸ਼ਟਰਪਤੀ, ਸੁਪਰੀਮ ਕੋਰਟ, ਪ੍ਰਧਾਨ ਮੰਤਰੀ, ਸੰਘ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਰਾਸ਼ਟਰਪਤੀ। ਵਿੱਤ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਹਰ ਸਾਲ, 2 ਸਾਲਾਂ ਵਿੱਚ ਇੱਕ ਵਾਰ, 4 ਸਾਲਾਂ ਵਿੱਚ ਇੱਕ ਵਾਰ, 5 ਸਾਲਾਂ ਵਿੱਚ ਇੱਕ ਵਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 5 ਸਾਲਾਂ ਵਿੱਚ ਇੱਕ ਵਾਰ। ਭਾਰਤ ਵਿੱਚ ਰਾਸ਼ਟਰੀ ਆਮਦਨ ਅਨੁਮਾਨ ਦੁਆਰਾ ਤਿਆਰ ਕੀਤੇ ਜਾਂਦੇ ਹਨ। ਯੋਜਨਾ ਕਮਿਸ਼ਨ, ਵਿੱਤ ਮੰਤਰਾਲਾ, ਕੇਂਦਰੀ ਅੰਕੜਾ ਸੰਗਠਨ, ਨੈਸ਼ਨਲ ਡਿਵੈਲਪਮੈਂਟ ਕੌਂਸਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਕੇਂਦਰੀ ਅੰਕੜਾ ਸੰਗਠਨ। ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਹੈ ਕੈਬਨਿਟ ਮੰਤਰੀ, ਕੈਬਨਿਟ ਸਕੱਤਰ, ਰਾਜ ਮੰਤਰੀ, ਮੰਤਰੀ ਬਿਨਾ ਪੋਰਟਫੋਲੀਓ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਕੈਬਨਿਟ ਸਕੱਤਰ। ਭਾਰਤ ਦਾ ਰਾਸ਼ਟਰਪਤੀ ਕਿੰਨੀ ਵਾਰ ਆਪਣੇ ਅਹੁਦੇ ਲਈ ਦੁਬਾਰਾ ਚੋਣ ਲੜ ਸਕਦਾ ਹੈ? 1 ਵਾਰ, 2 ਵਾਰ, 3 ਵਾਰ, ਕਈ ਵਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਕਈ ਵਾਰ। ਹੇਠ ਲਿਖੀਆਂ ਵਿੱਚੋਂ ਕਿਹੜੀਆਂ ਨਿਯੁਕਤੀਆਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਹੀਂ ਕੀਤੀਆਂ ਜਾਂਦੀਆਂ ਹਨ? ਫੌਜ ਦਾ ਮੁਖੀ, ਹਵਾਈ ਸੈਨਾ ਦੇ ਮੁਖੀ, ਲੋਕ ਸਭਾ ਦੇ ਸਪੀਕਰ, ਭਾਰਤ ਦੇ ਮੁੱਖ ਜੱਜ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਲੋਕ ਸਭਾ ਦੇ ਸਪੀਕਰ। ਵਿੱਤ ਕਮਿਸ਼ਨ ਕਿਸ ਬੁਨਿਆਦ ਲਈ ਬਣਾਇਆ ਗਿਆ ਹੈ? 3 ਸਾਲ, 4 ਸਾਲ, 5 ਸਾਲ, 6 ਸਾਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 5 ਸਾਲ। ਨਿਮਨਲਿਖਤ ਵਿੱਚੋਂ ਸਿਰਫ ਇੱਕ ਹੀ ਯੋਜਨਾ ਕਮਿਸ਼ਨ ਦਾ ਸਾਬਕਾ ਚੇਅਰਮੈਨ ਹੋ ਸਕਦਾ ਹੈ। ਉਹ ਹੈ ਯੋਜਨਾ ਅਤੇ ਵਿਕਾਸ ਮੰਤਰੀ, ਵਿੱਤ ਮੰਤਰੀ, ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਪ੍ਰਧਾਨ ਮੰਤਰੀ। ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਕੀ ਹੈ? 5 ਸਾਲ, ਲੋਕ ਸਭਾ ਦੇ ਕਾਰਜਕਾਲ ਨਾਲ ਟਕਰਾਅ ਵਾਲਾ, ਰਾਸ਼ਟਰਪਤੀ ਦੇ ਕਾਰਜਕਾਲ ਦੇ ਨਾਲ ਖੰਡਿਤ, ਜਦੋਂ ਤੱਕ ਉਹ ਲੋਕ ਸਭਾ ਵਿੱਚ ਬਹੁਮਤ ਦਾ ਸਮਰਥਨ ਪ੍ਰਾਪਤ ਕਰਦਾ ਹੈ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਜਦੋਂ ਤੱਕ ਉਹ ਲੋਕ ਸਭਾ ਵਿੱਚ ਬਹੁਮਤ ਦਾ ਸਮਰਥਨ ਪ੍ਰਾਪਤ ਕਰਦਾ ਹੈ।
ਇਹਨਾਂ ਵਿੱਚੋਂ ਕਿਹੜੀ ਪੰਚਾਇਤੀ ਰਾਜ ਸੰਸਥਾ ਨਹੀਂ ਹੈ? ਗ੍ਰਾਮ ਸਭਾ, ਗ੍ਰਾਮ ਪੰਚਾਇਤ, ਨਿਆਇਆ ਪੰਚਾਇਤ, ਗ੍ਰਾਮ ਕੋਆਪਰੇਟਿਵ ਸੁਸਾਇਟੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਗ੍ਰਾਮ ਕੋਆਪਰੇਟਿਵ ਸੁਸਾਇਟੀ। ਹੇਠ ਦਿੱਤੇ ਵਿੱਚੋਂ ਕਿਹੜਾ ਇੱਕ ਗੈਰ ਸੰਵਿਧਾਨਿਕ ਅਤੇ ਗੈਰ ਵਿਧਾਨਿਕ ਸੰਸਥਾ ਹੈ? ਯੋਜਨਾ ਕਮਿਸ਼ਨ, ਵਿੱਤ ਕਮਿਸ਼ਨ, ਚੋਣ ਕਮਿਸ਼ਨ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਯੋਜਨਾ ਕਮਿਸ਼ਨ। ਵਿੱਤ ਕਮਿਸ਼ਨ ਮੁਦਰਾ ਨੀਤੀ ਤਿਆਰ ਕਰਦਾ ਹੈ, 5 ਸਾਲਾਂ ਯੋਜਨਾਵਾਂ ਤਿਆਰ ਕਰਦਾ ਹੈ, ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਸੋਧ ਦੀ ਸਿਫਾਰਿਸ਼ ਕਰਦਾ ਹੈ, ਕੇਂਦਰ ਅਤੇ ਰਾਜਾਂ ਵਿਚਕਾਰ ਸਰੋਤਾਂ ਦੀ ਵੰਡ 'ਤੇ ਨਿਰਣੇ ਕਰਦਾ ਹੈ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਕੇਂਦਰ ਅਤੇ ਰਾਜਾਂ ਵਿਚਕਾਰ ਸਰੋਤਾਂ ਦੀ ਵੰਡ 'ਤੇ ਨਿਰਣਾ ਕਰਦਾ ਹੈ। ਜਦੋਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਇੱਕੋ ਸਮੇਂ ਕੋਈ ਅਸਾਮੀ ਖਾਲੀ ਹੁੰਦੀ ਹੈ ਤਾਂ ਇਹ ਦਫ਼ਤਰ ਅਸਥਾਈ ਤੌਰ 'ਤੇ ਰੱਖਿਆ ਜਾਂਦਾ ਹੈ। ਭਾਰਤ ਦੇ ਚੀਫ ਜਸਟਿਸ, ਲੋਕ ਸਭਾ ਦੇ ਸਪੀਕਰ, ਰਾਜ ਸਭਾ ਦੇ ਉਪ ਚੇਅਰਮੈਨ, ਸੰਸਦ ਦੇ ਦੋਨਾਂ ਸਦਨਾਂ ਦੁਆਰਾ ਨਾਮਜ਼ਦ ਵਿਅਕਤੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਭਾਰਤ ਦੇ ਚੀਫ ਜਸਟਿਸ। ਹੇਠ ਲਿਖੇ ਵਿੱਚੋਂ ਆਜ਼ਾਦ ਭਾਰਤ ਵਿੱਚ ਕਿਸੇ ਰਾਜ ਦੀ ਪਹਿਲੀ ਮਹਿਲਾ ਰਾਜਪਾਲ ਕੌਣ ਸੀ? ਸ਼੍ਰੀਮਤੀ ਇੰਦਰਾ ਗਾਂਧੀ, ਸ਼੍ਰੀਮਤੀ ਸੁਚੇਤਾ ਕਿਰਪਲਾਨੀ, ਸ਼੍ਰੀਮਤੀ ਸਰੋਜਨੀ ਨਾਇਡੂ, ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸ਼੍ਰੀਮਤੀ ਸਰੋਜਨੀ ਨਾਇਡੂ। ਸੰਸਦੀ ਕਮੇਟੀ ਜੋ ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ ਦੀ ਰਿਪੋਰਟ ਦੀ ਪੜਤਾਲ ਕਰਦੀ ਹੈ? ਚੋਣ ਕਮੇਟੀ, ਅਨੁਮਾਨ ਕਮੇਟੀ, ਲੋਕ ਲੇਖਾ ਕਮੇਟੀ। ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਲੋਕ ਲੇਖਾ ਕਮੇਟੀ। ਭਾਰਤ ਦਾ ਪ੍ਰਧਾਨ ਮੰਤਰੀ ਹੈ? ਚੁਣਿਆ ਗਿਆ, ਨਾਮਜ਼ਦ ਕੀਤਾ ਗਿਆ, ਨਿਯੁਕਤ ਕੀਤਾ ਗਿਆ, ਚੁਣੇ ਗਏ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਨਿਯੁਕਤ ਕੀਤਾ ਗਿਆ। ਕਿਹੜੀ ਆਲ ਇੰਡੀਆ ਸਰਵਿਸ ਨਹੀਂ ਹੈ? ਭਾਰਤੀ ਜੰਗਲਾਤ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ, ਭਾਰਤੀ ਪ੍ਰਸ਼ਾਸਨ ਸੇਵਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਭਾਰਤੀ ਵਿਦੇਸ਼ ਸੇਵਾ। ਸਰਕਾਰੀ ਕਮਿਸ਼ਨ ਨਾਲ ਸੰਬੰਧਿਤ ਸੀ? ਕੇਂਦਰ ਰਾਜ ਸੰਬੰਧ, ਵਿੱਤੀ ਸੁਧਾਰ, ਚੋਣ ਸੁਧਾਰ, ਪ੍ਰਸ਼ਾਸਨਿਕ ਕੀ ਸੁਧਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਕੇਂਦਰ ਰਾਜ ਸੰਬੰਧ। ਇੱਕ ਰਾਸ਼ਟਰਪਤੀ ਆਰਡੀਨੈਂਸ ਲਾਗੂ ਰਹਿ ਸਕਦਾ ਹੈ 3 ਮਹੀਨਿਆਂ ਲਈ, 6 ਮਹੀਨਿਆਂ ਲਈ, 9 ਮਹੀਨਿਆਂ ਲਈ, ਅਣਮਿੱਥੇ ਸਮੇਂ ਲਈ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 6 ਮਹੀਨਿਆਂ ਲਈ। ਰਾਸ਼ਟਰਪਤੀ ਦੇ ਮਹਾਦੋਸ਼ ਦੀ ਸ਼ੁਰੂਆਤ ਕੌਣ ਕਰ ਸਕਦਾ ਹੈ? ਸੰਸਦ ਦੇ ਕਿਸੇ ਵੀ ਸਦਨ ਦਾ 1/4ਵਾਂ ਹਿੱਸਾ, ਸੰਸਦ ਦੇ ਕਿਸੇ ਵੀ ਸਦਨ ਦੇ ਅੱਧੇ ਮੈਂਬਰ, ਰਾਜ ਵਿਧਾਨ ਸਭਾ ਦਾ ਅੱਧਾ ਹਿੱਸਾ, ਕਿਸੇ ਰਾਜ ਵਿਧਾਨ ਸਭਾ ਦੇ 1/3 ਮੈਂਬਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਸੰਸਦ ਦੇ ਕਿਸੇ ਵੀ ਸਦਨ ਦਾ 1/4ਵਾਂ ਹਿੱਸਾ। ਮੈਂ ਆਸ਼ਾ ਕਰਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਕਿੱਦਾਂ ਰਹੀ ਕਲਾਸ ਮੈਨੂੰ ਜ਼ਰੂਰ ਕਮੈਂਟ ਕਰਿਓ। ਮੇਰੇ ਵੀਡੀਓ ਨੂੰ
ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ। ਤਬ ਲਈ ਸਤਿ ਸ੍ਰੀ ਅਕਾਲ।